Hello students, once again welcome to my YouTube channel. Today I will discuss about the class 8th English lesson number 3rd. Lesson name is How Daddy Decide What He Want to Be. ਇਹ ਚੈਪਟਰ ਲੇਖਕ ਦੇ ਪਿਤਾ ਦੇ ਬਾਰੇ ਹੈ, ਜਿਹੜਾ ਕਿ ਕਹਿੰਦੇ ਆ ਵੀ ਉਹਦੇ ਪਿਤਾ ਜੀ ਨੇ ਕਿਸ ਤਰੀਕੇ ਨਾਲ ਡਿਸਾਈਡ ਕੀਤਾ ਉਹ ਕੀ ਬਣਨਗੇ ਫਿਊਚਰ ਦੇ ਵਿੱਚ। ਇਸ ਚੈਪਟਰ ਦੇ ਵਿੱਚ ਤੁਹਾਨੂੰ ਵਰਡ ਮੀਨਿੰਗ, ਕੁਐਸਚਨ ਆਨਸਰ ਇਹ ਤੁਹਾਨੂੰ ਸਾਰੇ ਵੀਡੀਓ ਦੇ ਲਾਸਟ ਦੇ ਵਿੱਚ ਮਿਲਣਗੇ। ਤੁਸੀਂ ਇਸ ਕੁਐਸਚਨ ਆਨਸਰ ਨੂੰ ਤੁਸੀਂ ਰਿਵਾਈਜ਼ ਕਰਨਾ, ਲਰਨ ਕਰਨਾ। ਅਤੇ ਜਿਹੜੇ ਬੱਚੇ ਪਹਿਲੀ ਵਾਰ ਮੇਰੇ YouTube ਚੈਨਲ ਦੇ ਉੱਤੇ ਆਏ ਹਨ, ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਚੈਪਟਰ ਸਟਾਰਟ ਕਰਦੇ ਹਾਂ। ਇਸ ਚੈਪਟਰ ਦੇ ਵਿੱਚ ਜਿਹੜਾ ਰਾਈਟਰ ਦਾ ਪਿਤਾ ਵਾ, ਜਿਵੇਂ ਹਰੇਕ ਬੱਚੇ ਦੀ, ਜਾਂ ਤੁਸੀਂ ਕਹਿ ਦਿਓ ਵੀ ਹਰੇਕ ਪਰਸਨ ਦੀ ਇੱਕ ਲਾਈਫ ਦੇ ਵਿੱਚ ਇੱਕ ਸਭ ਤੋਂ ਵੱਡੀ ਪਜ਼ਲ ਹੁੰਦੀ ਆ ਕਿ ਉਹ ਵੱਡਾ ਹੋ ਕੇ ਆਪਣੀ ਲਾਈਫ ਦੇ ਵਿੱਚ ਕੀ ਬਣੇਗਾ। ਉਸੇ ਤਰੀਕੇ ਨਾਲ ਜਿਹੜਾ ਲੇਖਕ ਦਾ ਪਿਤਾ ਸੀ, ਉਸ ਦੇ ਲਈ ਵੀ ਇਹ ਸਭ ਤੋਂ ਵੱਡਾ ਮੁਸ਼ਕਲ ਦੀ ਕੜੀ ਸੀ, ਕਿਉਂਕਿ ਹਰੇਕ ਬੱਚੇ ਨੂੰ, ਜੇਕਰ ਆਪਾਂ ਦੇਖਿਆ ਅੱਜ ਦੇ ਟਾਈਮ ਦੇ ਵਿੱਚ ਵੀ, ਹਰੇਕ ਕੋਈ ਨਾ ਕੋਈ ਬੰਦਾ, ਹਰੇਕ ਜਾਂ ਉਹਦੇ ਪੇਰੈਂਟਸ ਆਪਣੇ ਬੱਚੇ ਨੂੰ ਜ਼ਰੂਰ ਪੁੱਛਦੇ ਆ ਤੂੰ ਵੱਡਾ ਹੋ ਕੇ ਕੀ ਬਣੇਗਾ। ਉਸੇ ਤਰੀਕੇ ਨਾਲ ਲੇਖਕ ਪਿਤਾ ਨੂੰ ਵੀ ਉਹਦੇ ਪੇਰੈਂਟਸ ਅਤੇ ਉਹਦੇ ਫਰੈਂਡਸ ਹਰ ਵਾਰ ਪੁੱਛਦੇ ਸੀ ਉਹ ਕੀ ਬਣਨਗੇ। ਆਓ ਦੇਖਦੇ ਹਾਂ ਉਹ ਕਿਸ ਤਰੀਕੇ ਨਾਲ ਕੀ ਸੋਚਦੇ ਸੀ। ਇੱਕ ਵਾਰ ਲੇਖਕ ਦੇ ਪਿਤਾ ਜੀ ਨੇ ਵਾਚਮੈਨ ਨੂੰ ਦੇਖਿਆ। ਜਦੋਂ ਸਾਰੇ ਲੋਕ ਸੋ ਜਾਂਦੇ ਸੀ, ਉਹ ਇਕੱਲਾ ਹੀ ਇੱਕ ਡੰਡਾ ਲੈ ਕੇ, ਇੱਕ ਲਾਲਟੇਨ ਲੈ ਕੇ ਉਹ ਕੀ ਆ ਪੂਰੇ ਰੋਡ ਦੇ ਉੱਤੇ ਘੁੰਮਦਾ ਰਹਿੰਦਾ ਹੁੰਦਾ ਸੀ, ਉੱਚੀ ਉੱਚੀ ਆਵਾਜ਼ਾਂ ਮਾਰਦਾ ਰਹਿੰਦਾ ਹੁੰਦਾ ਸੀ। ਇਹ ਚੀਜ਼ ਜਿਹੜਾ ਲੇਖਕ ਸੀਗਾ ਉਹਦੇ ਪਿਤਾ ਨੂੰ ਬਹੁਤ ਜ਼ਿਆਦਾ ਪਸੰਦ ਆਈ ਵੀ ਇੱਕ ਬੰਦਾ ਕੀ ਆ, ਜਦੋਂ ਸਾਰੇ ਸੋ ਜਾਂਦੇ ਉਹ ਆਪਣੀ ਮਸਤੀ ਕਰ ਸਕਦਾ ਵਾ, ਉਹ ਜਦੋਂ ਵੀ ਆਉਂਦਾ ਉਹ ਉੱਚੀ ਉੱਚੀ ਬੋਲ ਸਕਦਾ ਵਾ, ਟਾਰਚ ਲੈ ਕੇ ਰਾਤ ਭਰ ਘੁੰਮ ਸਕਦਾ ਵਾ। ਅਤੇ ਉਹਨਾਂ ਨੂੰ ਇਹ ਜੋਬ ਜ਼ਿਆਦਾ ਪਸੰਦ ਆਈ। ਉਹ ਸੋਚਦੇ ਆ ਵੀ ਹੁਣ ਮੈਂ ਵੱਡਾ ਹੋ ਕੇ ਕੀ ਬਣੂੰਗਾ, ਇੱਕ ਵਾਚਮੈਨ ਬਣੂੰਗਾ। ਵਾਚਮੈਨ ਕਿਉਂ ਬਣੂੰਗਾ? ਕਿਉਂਕਿ ਰਾਤ ਨੂੰ ਉਹ ਕੁਛ ਵੀ ਕਰ ਸਕਦੇ ਆ, ਚੀਕ ਮਾਰ ਸਕਦੇ ਆ, ਭੱਜ ਸਕਦੇ ਆ, ਕੋਈ ਵੀ ਉਹਨਾਂ ਨੂੰ ਰੋਕਣ ਵਾਲਾ ਨਹੀਂ ਹੈਗਾ। ਅਤੇ ਉਹਨਾਂ ਨੂੰ ਇੱਕ ਸੈਲਰੀ ਵੀ ਮਿਲੇਗੀ ਇਸ ਚੀਜ਼ ਦੇ ਕੰਮ ਕਰਨ ਦੀ। ਤਾਂ ਫਿਰ ਉਹਨਾਂ ਨੂੰ ਉਹਨਾਂ ਦੇ ਪਿਤਾ ਜੀ ਉਹਨਾਂ ਤੋਂ ਪੁੱਛਦੇ ਆ, ਮੇਰੇ ਪਿਤਾ ਜੀ ਦੇ ਜਾਣੀ ਕਿ ਮੇਰੇ ਦਾਦਾ ਜੀ, ਲੇਖਕ ਦੇ ਦਾਦਾ ਜੀ ਪੁੱਛਦੇ ਨੇ ਉਹਨਾਂ ਨੂੰ, ਤੂੰ ਵਾਚਮੈਨ ਕਿਉਂ ਬਣਨਾ? ਕਹਿੰਦਾ ਜੀ ਜਦੋਂ ਸਾਰੇ ਲੋਕ ਸੋ ਜਾਂਦੇ ਆ ਤਾਂ ਉਹ ਜਾਗਦੇ ਆ, ਅਤੇ ਉਹ ਜਾਗ ਕੇ ਸਾਰੇ ਟਾਊਨ ਦੀ ਕੀ ਕਰਦੇ ਆ, ਦੇਖਭਾਲ ਕਰਦੇ ਆ, ਤਾਂ ਕਰਕੇ ਮੈਂ ਵਾਚਮੈਨ ਬਣਨਾ ਚਾਹੁੰਦਾ। ਤਾਂ ਲੇਖਕ ਦੇ ਦਾਦਾ ਜੀ ਹੱਸਦੇ ਆ ਆਪਣੇ ਬੱਚੇ ਦੀਆਂ ਗੱਲਾਂ ਦੇ ਉੱਤੇ, ਪਰ ਅਸਲ ਦੇ ਵਿੱਚ ਬੱਚਾ ਕੀ ਚਾਹੁੰਦਾ ਹੁੰਦਾ ਵੀ ਜਦੋਂ ਸਾਰੇ ਸੋ ਜਾਂਦੇ ਆ ਤਾਂ ਉਹਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ, ਉਹ ਜਿੱਦਾਂ ਮਰਜ਼ੀ ਖੇਡ ਸਕਦਾ ਵਾ। ਇਸ ਕਰਕੇ ਉਹ ਵਾਚਮੈਨ ਬਣਨਾ ਚਾਹੁੰਦਾ ਸੀ। ਇੱਕ ਦਿਨ ਲੇਖਕ ਦੇ ਪਿਤਾ ਜੀ ਜਦੋਂ ਰਸਤੇ 'ਤੇ ਜਾ ਰਹੇ ਸੀ ਤਾਂ ਉਹਨਾਂ ਨੂੰ ਇੱਕ ਵਾਈਟ ਗ੍ਰੀਨ ਕਾਰਟ ਦਿਖਿਆ, ਯਾਨੀ ਕਿ ਇੱਕ ਕੁਲਫੀ ਵਾਲੀ ਰੇਹੜੀ ਦਿਖੀ ਗ੍ਰੀਨ ਕਲਰ ਦੀ। ਉਹਨੂੰ ਦੇਖ ਕੇ ਉਹਦੇ ਪਿਤਾ ਜੀ ਨੇ ਸੋਚਿਆ ਵੀ ਕਿਉਂ ਨਾ ਮੈਂ ਵੀ ਇੱਕ ਆਈਸਕ੍ਰੀਮ ਮੈਨ ਬਣ ਜਾ। ਹੁਣ ਆਈਸਕ੍ਰੀਮ ਮੈਨ ਬਣਨ ਦੇ ਵੀ ਆਪਣੇ ਫਾਇਦੇ ਹਨ। ਉਹ ਸੋਚਦੇ ਆ ਵੀ ਜੇਕਰ ਮੈਂ ਆਈਸਕ੍ਰੀਮ ਮੈਨ ਬਣ ਗਿਆ ਤਾਂ ਮੇਰੇ ਕੋਲ ਸਾਰੀਆਂ ਆਈਸਕ੍ਰੀਮ ਆ ਜਾਣਗੀਆਂ। ਮੇਰਾ ਜਿਹੜਾ ਮਨ ਕਰੂਗਾ ਮੈਂ ਆਈਸਕ੍ਰੀਮ ਖਾਇਆ ਕਰੂੰਗਾ, ਅਤੇ ਖਾ ਕੇ ਆਪਣੇ ਆਰਾਮ ਨਾਲ ਆਪਣੀ ਲਾਈਫ ਨੂੰ ਇੰਜੋਏ ਕਰੂੰਗਾ। ਅਤੇ ਆਈਸਕ੍ਰੀਮ ਵਾਲੇ ਨੇ ਕਰਨਾ ਵੀ ਕੀ ਹੁੰਦਾ, ਇੱਕ ਰੇਹੜੀ ਲੈ ਕੇ ਘੁੰਮਣਾ ਹੁੰਦਾ। ਜੇਕਰ ਕਿਸੇ ਨੇ ਖਰੀਦ ਲਈ ਤਾਂ ਠੀਕ ਆ, ਨਹੀਂ ਖਰੀਦੀ ਤਾਂ ਮੈਂ ਖਾ ਲਿਆ ਕਰੂੰਗਾ। ਇਹ ਸੋਚ ਕੇ ਹੁਣ ਪਿਤਾ ਜੀ ਸੋਚਦੇ ਆ ਵੀ ਭਾਈ ਹੁਣ ਮੈਂ ਕੀ ਕਰਾਂ, ਵੀ ਮੈਂ ਆਈਸਕ੍ਰੀਮ ਮੈਨ ਬਣ ਜਾਊਂਗਾ ਅਤੇ ਸਾਰਿਆਂ ਨੂੰ ਆਈਸਕ੍ਰੀਮ ਖਵਾਇਆ ਕਰੂੰ, ਨਾਲ ਆਪ ਖਾ ਲਿਆ ਕਰੂੰਗਾ। ਇਹਦੇ ਨਾਲ ਮੇਰਾ ਦੁੱਗਣਾ ਫਾਇਦਾ ਹੋ ਗਿਆ। ਤਾਂ ਹੁਣ ਜਦੋਂ ਕੋਈ ਪਰਸਨ, ਜਾਣੀ ਕਿ ਉਹਦੇ ਅੰਕਲ, ਉਹਨੂੰ ਪੁੱਛਦੇ ਆ ਲੇਖਕ ਦੇ ਪਿਤਾ ਨੂੰ ਵੀ ਤੁਸੀਂ ਕੀ ਬਣਨਾ ਚਾਹੁੰਦੇ ਹੋ, ਤਾਂ ਉਹਦੇ ਲੇਖਕ ਦੇ ਪਿਤਾ ਜੀ ਦੱਸਦੇ ਆ, ਕਹਿੰਦਾ ਜੀ ਹੁਣ ਮੈਂ ਆਈਸਕ੍ਰੀਮ ਮੈਨ ਬਣਨਾ ਚਾਹੁੰਦਾ, ਕਿਉਂਕਿ ਆਈਸਕ੍ਰੀਮ ਮੈਨ ਬਣਨ ਦੇ ਵੀ ਫਾਇਦਾ ਵਾ ਵੀ ਮੈਂ ਕੀ ਆ ਸਖਤ ਮਿਹਨਤ ਕਰੂੰਗਾ। ਉਹਨਾਂ ਨੂੰ ਤਾਂ ਦੱਸਿਆ ਵੀ ਸਖਤ ਮਿਹਨਤ ਕਰੂੰਗਾ, ਪਰ ਅਸਲ ਦੇ ਵਿੱਚ ਉਹ ਕੀ ਸੀਗੇ ਵੀ ਉਸ ਚੀਜ਼ ਨਾਲ ਮਜ਼ਾ ਕਰਨਾ ਚਾਹੁੰਦੇ ਸੀ, ਕਿਉਂਕਿ ਉਹ ਆਈਸਕ੍ਰੀਮ ਖਾਣ ਨੂੰ ਮਿਲ ਜਾਣੀ ਸੀ। ਤਾਂ ਉਹ ਜਿਹੜਾ ਪਰਸਨ, ਉਹਦੇ ਅੰਕਲ ਸੀਗੇ, ਉਹ ਕਾਫੀ ਖੁਸ਼ ਹੁੰਦੇ ਆ, ਉਹ ਹੱਸਣ ਆ ਜਾਂਦੇ ਵੀ ਦੇਖੋ ਬੱਚਾ ਕੀ ਬਣਨਾ ਚਾਹੁੰਦਾ। ਉਸੇ ਦਿਨ ਜਦੋਂ ਉਹ ਰਸਤੇ ਵਿੱਚ ਜਾ ਰਹੇ ਹੁੰਦੇ ਆ ਤਾਂ ਉਹਨਾਂ ਨੇ ਇੱਕ ਕਾਰ ਮਕੈਨਿਕ ਨੂੰ ਦੇਖਿਆ। ਉਹ ਕੀ ਕਰਦਾ ਹੁੰਦਾ, ਉਹ ਕਾਰ ਨੂੰ ਰਿਪੇਅਰ ਕਰਦਾ ਹੁੰਦਾ ਵਾ। ਉਹਦੇ ਇੱਕ ਅਜੀਬ ਜਿਹੀ ਡਰੈਸ ਪਾਈ ਹੁੰਦੀ ਆ, ਉਹਦੇ ਕੋਲ ਸਾਰੇ ਟੂਲਸ ਹੁੰਦੇ ਆ। ਉਹਨੂੰ ਦੇਖ ਕੇ ਹੋਰ ਉਹਦੇ ਨਾਲ ਦੇ ਜਿਹੜੇ ਫਰੈਂਡਸ ਹੁੰਦੇ ਆ, ਉਹ ਦੂਸਰੇ ਕਾਰ ਦੀ ਰਿਪੇਅਰ ਕਰ ਰਹੇ ਹੁੰਦੇ ਆ। ਉਹਨੂੰ ਦੇਖ ਕੇ ਜਿਹੜੇ ਲੇਖਕ ਦਾ ਪਿਤਾ ਹੁੰਦਾ, ਉਹ ਸੋਚਦਾ ਮੈਂ ਕਿਉਂ ਨਾ ਕਾਰ ਮਕੈਨਿਕ ਬਣ ਜਾ। ਹੁਣ ਕਾਰ ਮਕੈਨਿਕ ਬਣਨ ਦਾ ਕੀ ਫਾਇਦਾ ਵਾ ਵੀ ਮੇਰੇ ਕੋਲ ਨਵੀਆਂ ਨਵੀਆਂ ਕਾਰਾਂ ਆਉਣਗੀਆਂ, ਮੈਂ ਨਵੀਆਂ ਨਵੀਆਂ ਕਾਰਾਂ ਨਾਲ ਖੇਡੂੰਗਾ, ਕੋਈ ਬੰਦਾ ਮੈਨੂੰ ਰੋਕੂਗਾ ਨਹੀਂ, ਜਿੱਦਾਂ ਮਰਜ਼ੀ ਮੈਂ ਆਪਣੀ ਕਾਰ ਨੂੰ ਭਜਾਊਂਗਾ, ਜਿੱਥੇ ਮਰਜ਼ੀ ਲੈ ਕੇ ਜਾਵਾਂ, ਜਿਹੜੀ ਮਰਜ਼ੀ ਕਾਰ ਯੂਜ਼ ਕਰਾਂ, ਮੈਨੂੰ ਕੋਈ ਰੋਕ ਟੋਕ ਨਹੀਂ ਹੈਗੀ। ਮੈਨੂੰ ਬਸ ਇਹ ਕੱਪੜੇ ਪਾ ਕੇ ਕਾਰਾਂ ਨੂੰ ਠੀਕ ਵੀ ਕਰਦਾ ਰਹੂੰਗਾ ਜਦੋਂ ਮਨ ਕਰਿਆ ਕਰੂ, ਨਹੀਂ ਫਿਰ ਤਾਂ ਕਾਰਾਂ ਹੀ ਘੁਮਾਈ ਜਾਇਆ ਕਰੂੰਗਾ। ਇਹ ਸੋਚ ਕੇ ਉਹਨਾਂ ਨੇ ਸੋਚਿਆ ਵੀ ਮੈਂ ਹੁਣ ਕੀ ਆ, ਕਾਰ ਮਕੈਨਿਕ ਬਣੂੰਗਾ ਅਤੇ ਕਾਰ ਮਕੈਨਿਕ ਦਾ ਵੀ ਕੰਮ ਕਰਿਆ ਕਰੂੰਗਾ। ਫਿਰ ਹੁਣ ਸਭ ਤੋਂ ਵੱਡੀ ਪ੍ਰੋਬਲਮ ਕੀ ਸੀਗੀ ਵੀ ਹੁਣ ਉਹਦੇ ਪਿਤਾ ਜੀ ਨੇ 3 ਪ੍ਰੋਫੈਸ਼ਨ ਡਿਸਾਈਡ ਕਰ ਚੁੱਕੇ ਸੀ। ਤਾਂ ਉਹਨਾਂ ਨੇ ਸੋਚਿਆ ਵੀ ਮੈਂ ਹੁਣ ਇਹਨੂੰ ਕਿਵੇਂ ਮੈਨੇਜ ਕਰੂੰਗਾ। ਕਹਿੰਦਾ ਜੀ ਮੈਂ ਸਵੇਰੇ ਕੀ ਕਰਿਆ ਕਰੂੰਗਾ,
ਆਈਸਕ੍ਰੀਮ ਵੇਚਿਆ ਕਰੂੰ ਦੁਪਹਿਰ ਤੱਕ ਜਿੰਨੀਆਂ ਆਈਸਕ੍ਰੀਮਾਂ ਵਿਕੀਆਂ ਜਾਂ ਨਾ ਵਿਕੀਆਂ ਤਾਂ ਮੈਂ ਆਪਣੀ ਆਈਸਕ੍ਰੀਮ ਖਾਣ ਤੋਂ ਬਾਅਦ ਦੁਪਹਿਰ ਤੋਂ ਬਾਅਦ ਸ਼ਾਮ ਤੱਕ ਰਾਤ ਤੱਕ ਮੈਂ ਕੀ ਕਰੂੰਗਾ, ਕਾਰ ਮਕੈਨਿਕ ਦਾ ਕੰਮ ਕਰੂੰਗਾ, ਯਾਨੀ ਕਿ ਕਾਰਾਂ ਨਾਲ ਖੇਡਿਆ ਕਰੂੰਗਾ, ਕਾਰਾਂ ਨੂੰ ਠੀਕ ਕਰਿਆ ਕਰੂੰਗਾ। ਅਤੇ ਜਦੋਂ ਰਾਤ ਹੋ ਜਾਇਆ ਕਰੂ ਤਾਂ ਕੀ ਕਰਿਆ ਕਰੂੰ, ਵਾਚਮੈਨ ਬਣਿਆ ਆਊਂਗਾ ਅਤੇ ਵਾਚਮੈਨ ਬਣ ਕੇ ਪੂਰੀ ਰਾਤ ਇੰਜੋਏ ਕਰਿਆ ਕਰੂੰਗਾ। ਤਾਂ ਹੁਣ ਜਦੋਂ ਉਹਦੇ ਪਾਪਾ ਜੀ ਨੇ ਪੁੱਛਿਆ ਤੁਸੀਂ ਕੀ ਬਣਨਾ, ਤਾਂ ਉਹ ਦੱਸ ਦਿੰਦੇ ਆ ਵੀ ਮੈਂ ਕੀ ਆ ਹੁਣ ਕਾਰ ਮਕੈਨਿਕ ਬਣੂੰਗਾ, ਕਿਉਂਕਿ ਕਾਰ ਮਕੈਨਿਕ ਦਾ ਕੰਮ ਬਹੁਤ ਇੰਟਰਸਟਿੰਗ ਆ। ਇਹ ਚੀਜ਼ਾਂ ਦੇਖ ਕੇ ਉਹਨਾਂ ਨੂੰ ਕਾਫੀ ਖੁਸ਼ੀ ਹੁੰਦੀ ਆ। ਹੁਣ ਉਹਦੇ ਪਿਤਾ ਜੀ ਉਹਨੂੰ ਇੱਕ ਵਾਰ ਫਿਰ ਪੁੱਛਦੇ ਆ ਵੀ ਹੁਣ ਤੂੰ ਮੈਨੂੰ ਦੱਸ ਤੂੰ ਕੀ ਬਣੇਗਾ। ਤਾਂ ਜਿਹੜਾ ਰਾਈਟਰ ਦਾ ਪਿਤਾ ਜੀ ਹੁੰਦੇ ਆ ਉਹ ਕਾਫੀ ਊਟ ਪਟਾਂਗ ਅਤੇ ਇੱਕ ਫਨੀ ਜਿਹਾ ਆਨਸਰ ਦਿੰਦੇ ਆ ਵੀ ਮਾਰਨਿੰਗ ਟਾਈਮ ਮੈਂ ਕੀ ਕਰਿਆ ਕਰੂੰਗਾ, ਆਈਸਕ੍ਰੀਮ ਵੇਚਿਆ ਕਰੂੰਗਾ, ਆਫਟਰਨੂਨ ਟਾਈਮ ਮੈਂ ਕੀ ਕਰਿਆ ਕਰੂੰਗਾ, ਕਾਰ ਮਕੈਨਿਕ ਦਾ ਕੰਮ ਕਰਿਆ ਕਰੂੰ, ਅਤੇ ਰਾਤ ਨੂੰ ਕੀ ਕਰਿਆ ਕਰੂੰ, ਵਾਚਮੈਨ ਬਣਿਆ ਕਰੂੰਗਾ। ਇਹ ਗੱਲ ਸੁਣ ਕੇ ਲੇਖਕ ਦੇ ਦਾਦਾ ਜੀ ਅਤੇ ਦਾਦੀ ਜੀ ਹੱਸਣ ਲੱਗ ਜਾਂਦੇ ਆ ਵੀ ਦੇਖੋ ਸਾਡਾ ਬੇਟਾ ਕੀ ਸੋਚ ਰਿਹਾ ਵਾ। ਥੋੜ੍ਹਾ ਜਿਹਾ ਉਹ ਅਪਸੈਟ ਵੀ ਹੁੰਦੇ ਆ ਵੀ ਭਾਈ ਸਾਡੇ ਬੱਚੇ ਨੇ ਕੋਈ ਵੱਡੀ ਆਈ ਜੋਬ ਨਹੀਂ ਸੋਚੀ, ਅਤੇ ਇਹ ਚੀਜ਼ਾਂ ਸੋਚ ਕੇ ਉਹਨਾਂ ਨੇ ਸੋਚਿਆ ਚਲੋ ਬੱਚਾ ਵਾ ਕੋਈ ਨਹੀਂ ਕਰ ਲੈਣ ਦਿਓ। ਅਤੇ ਹੁਣ ਇੱਕ ਵਾਰ ਪਿਤਾ ਜੀ ਜਦੋਂ ਉਹਦੇ ਲੇਖਕ ਦੇ ਪਿਤਾ ਜੀ ਬਾਹਰ ਜਾਂਦੇ ਆ ਤਾਂ ਉਹਨੂੰ ਇੱਕ ਕੁੱਤਾ ਦੇਖਣ ਨੂੰ ਮਿਲਦਾ ਵਾ। ਹੁਣ ਕੁੱਤੇ ਨੇ ਜਿਹੜਾ ਵਾ ਇੱਕ ਪਰਸਨ ਨੂੰ ਵੱਢ ਲਿਆ, ਵੱਢਣ ਤੋਂ ਬਾਅਦ ਉਹਦੇ ਟੀਕੇ ਲੱਗਣੇ ਹਨ, ਅਤੇ ਕੁੱਤਾ ਕੀ ਆ ਹੁਣ ਕੁੱਤੇ ਨੂੰ ਕੋਈ ਵੀ ਰੋਕ ਟੋਕ ਨਹੀਂ ਸਕਦਾ, ਕੁੱਤਾ ਜਿੱਥੇ ਮਰਜ਼ੀ ਘੁੰਮ ਸਕਦਾ ਵਾ। ਜਦੋਂ ਉਹਨੂੰ ਰੋਟੀ ਮਿਲ ਜਾਏਗੀ ਆਰਾਮ ਨਾਲ, ਨਹੀਂ ਫਿਰ ਉਹ ਕੀ ਆ ਕੁੱਤਾ ਰਾਖੀ ਕਰਦਾ ਰਹੇਗਾ, ਭੌਂਕਦਾ ਰਹੇਗਾ, ਨਹੀਂ ਫਿਰ ਕੀ ਆ ਉਹ ਜਦੋਂ ਮਰਜ਼ੀ ਜਿੱਥੇ ਜੀ ਕਰੇ ਉੱਥੇ ਖੇਡ ਸਕਦਾ ਵਾ। ਤਾਂ ਹੁਣ ਪਿਤਾ ਜੀ ਨੇ ਕੀ ਡਿਸਾਈਡ ਕੀਤਾ ਵੀ ਮੈਂ ਸਾਰੇ ਕੰਮ ਛੱਡ ਕੇ ਮੈਂ ਕੀ ਬਣਨਾ, ਕੁੱਤਾ ਬਣਨਾ। ਤਾਂ ਹੁਣ ਉਹ ਕੁੱਤੇ ਦੀ ਤਰ੍ਹਾਂ ਰਿਹਰਸਲ ਕਰਨ ਲੱਗ ਜਾਂਦੇ ਆ ਵੀ ਉਹ ਕੁੱਤੇ ਦੇ ਤਰੀਕੇ ਨਾਲ ਚਾਰ ਪੈਰਾਂ ਦੇ ਉੱਤੇ ਚੱਲਣ ਲੱਗ ਜਾਂਦੇ ਆ, ਉਹਦੇ ਤਰੀਕੇ ਨਾਲ ਪੈਰ ਨਾਲ ਖਾਜ ਕਰਨ ਲੱਗ ਜਾਂਦੇ ਆ ਕੰਨ ਦੇ ਉੱਤੇ। ਤਾਂ ਹੁਣ ਕੁੱਤੇ ਵਾਂਗ ਭੌਂਕਣਾ ਸ਼ੁਰੂ ਕਰ ਦਿੰਦੇ ਆ ਤਾਂ ਜੋ ਕੀ ਆ ਮੈਂ ਕੁੱਤੇ ਤਰੀਕੇ ਨਾਲ ਬਿਹੇਵ ਕਰਾਂ, ਅਤੇ ਹੌਲੀ ਹੌਲੀ ਮੈਨੂੰ ਕੀ ਆ ਰੋਟੀ ਰਾਟੀ ਇੱਥੇ ਹੀ ਮਿਲ ਜਾਇਆ ਕਰਨੀ ਆ, ਅਤੇ ਮੈਂ ਜਾ ਕੇ ਆਰਾਮ ਨਾਲ ਦੂਸਰੇ ਬੱਚਿਆਂ ਨਾਲ ਖੇਡਿਆ ਕਰੂੰਗਾ ਰਾਤ ਦੇ ਟਾਈਮ ਜਾਂ ਸੋ ਜਾਇਆ ਕਰੂੰਗਾ। ਤਾਂ ਹੁਣ ਉਹਨਾਂ ਨੇ ਸਾਰੀਆਂ ਚੀਜ਼ਾਂ ਛੱਡਣ ਤੋਂ ਬਾਅਦ ਹੁਣ ਕੀ ਆ ਹੁਣ ਕੁੱਤਾ ਬਣਨ ਦਾ ਡਿਸਾਈਡ ਕਰ ਲੈਂਦੇ ਆ ਲੇਖਕ ਦੇ ਪਿਤਾ। ਤਾਂ ਇੱਕ ਪਰਸਨ ਜਿਹੜਾ ਹੁੰਦਾ ਵਾ ਉਹਨਾਂ ਨੂੰ ਪੁੱਛਦਾ ਵਾ ਵੀ ਤੁਸੀਂ ਹੁਣ ਕੀ ਬਣਨਾ ਚਾਹੁੰਦੇ ਹੋ। ਉਹ ਕਹਿੰਦਾ ਜੀ ਮੈਂ ਹੁਣ ਕੁੱਤਾ ਬਣਨਾ ਵਾ, ਕਿਉਂਕਿ ਕੁੱਤੇ ਦਾ ਕੀ ਆ ਲਾਈਫ ਬਹੁਤ ਵਧੀਆ ਵਾ, ਇਹਨੂੰ ਖਾਣ ਨੂੰ ਰੋਟੀ ਮਿਲ ਜਾਂਦੀ ਹੈ, ਇਹਨੂੰ ਖੇਡਣ ਲਈ ਟਾਈਮ ਮਿਲ ਜਾਂਦਾ, ਜਿੱਥੇ ਜੀ ਕਰਦਾ ਭੌਂਕ ਸਕਦਾ ਜਿਹਦੇ ਮਰਜ਼ੀ ਦੇ ਉੱਤੇ, ਅਤੇ ਜਿਸ ਤਰੀਕੇ ਨਾਲ ਮਰਜ਼ੀ ਆਪਣੀ ਲਾਈਫ ਨੂੰ ਇੰਜੋਏ ਕਰ ਸਕਦਾ ਵਾ। ਤਾਂ ਉਹ ਪਰਸਨ ਪਹਿਲਾਂ ਤਾਂ ਬੱਚੇ ਦੀ ਗੱਲ ਬੜੇ ਧਿਆਨ ਨਾਲ ਸੁਣਦਾ ਵਾ, ਅਤੇ ਇੱਕ ਹੱਸ ਕੇ ਉਹਨੂੰ ਜਵਾਬ ਦਿੰਦਾ ਵੀ ਕੁੱਤਾ ਬਣਨ ਦੇ ਨਾਲ ਵੀ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੁੰਦਾ ਹੈ। ਜੇਕਰ ਤੁਸੀਂ ਇੱਕ ਸੋਚੋ ਵੀ ਤੁਸੀਂ ਕੀ ਬਣਨਾ ਵਾ, ਜਿਹੜੇ ਕਿ ਸਾਰੇ ਬੰਦੇ ਤੁਹਾਨੂੰ ਲਾਈਕ ਕਰਨ, ਤਾਂ ਉਹ ਸਭ ਤੋਂ ਵਧੀਆ ਚੀਜ਼ ਕੀ ਹੈ, ਤੁਸੀਂ ਇੱਕ ਇਨਸਾਨ ਬਣੋ। ਇਨਸਾਨ ਦੇ ਵਿੱਚ ਸਾਰੀਆਂ ਕੁਆਲਿਟੀਜ਼ ਹੁੰਦੀਆਂ ਨੇ ਕਿ ਉਹ ਜੇਕਰ ਉਹ ਹੱਕ ਹਲਾਲ ਦੀ ਕਮਾਈ ਖਾਏਗਾ ਤਾਂ ਉਹਨੂੰ ਹਰੇਕ ਕੋਈ ਬੰਦਾ ਉਹਨੂੰ ਲਾਈਕ ਕਰੇਗਾ, ਉਹ ਆਪਣੀ ਲਾਈਫ ਨੂੰ ਵਧੀਆ ਢੰਗ ਨਾਲ ਜੀ ਸਕਦਾ ਵਾ, ਦੂਸਰਿਆਂ ਦੀ ਹੈਲਪ ਕਰੇ, ਤਾਂ ਜੋ ਉਹ ਸਾਰੇ ਬੰਦੇ ਵੀ ਉਸ ਨੂੰ ਇੱਕ ਚੰਗਾ ਇਨਸਾਨ ਮੰਨਣ, ਅਤੇ ਉਹ ਇੱਕ ਚੰਗਾ ਇਨਸਾਨ ਬਣ ਕੇ ਆਪਣੀ ਸੁਸਾਇਟੀ ਨੂੰ ਵੀ ਵਧੀਆ ਬਣਾ ਸਕਦਾ। ਇਹ ਗੱਲ ਸੁਣ ਕੇ ਜਿਹੜੇ ਲੇਖਕ ਦੇ ਪਿਤਾ ਜੀ ਹੁੰਦੇ ਆ ਉਹ ਡਿਸਾਈਡ ਕਰਦੇ ਆ ਵੀ ਹੁਣ ਮੈਂ ਕੀ ਆ ਇੱਕ ਚੰਗਾ ਇਨਸਾਨ ਬਣੂੰਗਾ, ਪੜ੍ਹ ਲਿਖ ਕੇ, ਅਤੇ ਲੋਕਾਂ ਦੀ ਸੇਵਾ ਕਰੂੰਗਾ, ਨਾਲੇ ਉਹਨਾਂ ਦੀ ਹੈਲਪ ਕਰੂੰਗਾ, ਅਤੇ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੇ ਜ਼ਿਆਦਾ ਜ਼ਰੂਰਤਮੰਦ ਹੋਣਗੇ ਉਹਨਾਂ ਦੀ ਸੇਵਾ ਵੀ ਕਰੂੰਗਾ। ਇਹ ਚੀਜ਼ ਨੇ ਜਿਹੜੇ ਲੇਖਕ ਦੇ ਪਿਤਾ ਜੀ ਸੀਗੇ ਉਹਨੂੰ ਹਿਲਾ ਕੇ ਧਰ ਦਿੱਤਾ, ਅਤੇ ਉਹਨਾਂ ਦੇ ਮਾਇੰਡ ਦੇ ਵਿੱਚ ਇਹ ਚੀਜ਼ ਬੈਠ ਗਈ ਕਿ ਹੁਣ ਇੱਕ ਚੰਗਾ ਇਨਸਾਨ ਹੀ ਆਪਣੀ ਲਾਈਫ ਨੂੰ ਇੱਕ ਵਧੀਆ ਢੰਗ ਦੇ ਨਾਲ ਜੀ ਸਕਦਾ, ਅਤੇ ਉਹ ਸਾਰੀਆਂ ਚੀਜ਼ਾਂ ਨੂੰ ਅਚੀਵ ਕਰ ਸਕਦਾ। ਤਾਂ ਇਸ ਤਰੀਕੇ ਨਾਲ ਜਿਹੜੇ ਲੇਖਕ ਦਾ ਪਿਤਾ ਸੀ ਉਹਨਾਂ ਨੂੰ ਆਪਣਾ ਲਾਸਟ ਦੇ ਵਿੱਚ ਆਪਣਾ ਜਿਹੜਾ ਏਮ ਸੀਗਾ ਉਹ ਮਿਲ ਗਿਆ, ਅਤੇ ਹੁਣ ਉਹ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਹਨ। ਹਾਲੇ ਵੀ ਉਹ ਇੱਕ ਚੰਗਾ ਇਨਸਾਨ ਬਣਨ ਦੇ ਲਈ ਕੰਮ ਕਰਦੇ ਜਾ ਰਹੇ ਨੇ। ਤਾਂ ਇਹ ਸੀ ਕਹਾਣੀ ਹਾਊ ਟੂ ਡੈਡੀ ਡਿਸਾਈਡ ਟੂ ਬਿਕਮ ਟੂ ਬੀ, ਵੀ ਕਿਸ ਤਰੀਕੇ ਨਾਲ ਪਿਤਾ ਜੀ ਨੇ ਡਿਸਾਈਡ ਕੀਤਾ ਕਿ ਉਹ ਕੀ ਬਣਨਗੇ। ਤਾਂ ਅਖੀਰ ਦੇ ਵਿੱਚ ਉਹਨਾਂ ਨੇ ਸੋਚਿਆ ਕਿ ਮੈਂ ਹੁਣ ਕੀ ਬਣਾਂਗਾ, ਇੱਕ ਆਦਰਸ਼ ਅਤੇ ਇੱਕ ਚੰਗਾ ਇਨਸਾਨ ਬਣਾਂਗਾ। ਤਾਂ ਸਾਨੂੰ ਇਸ ਸਟੋਰੀ ਦੇ ਵਿੱਚੋਂ ਇਹ ਸਿੱਖਣ ਨੂੰ ਮਿਲਦਾ ਹੈ ਵੀ ਹਰੇਕ ਪਰਸਨ ਨੂੰ ਆਪਣਾ ਏਮ ਇਸ ਤਰੀਕੇ ਨਾਲ ਡਿਸਾਈਡ ਕਰਨਾ ਚਾਹੀਦਾ ਵਾ ਵੀ ਜਿਸ ਤਰੀਕੇ ਨਾਲ ਉਹ ਆਪਣੀ ਲਾਈਫ ਨੂੰ ਇੱਕ ਵਧੀਆ ਢੰਗ ਨਾਲ ਇੰਜੋਏ ਕਰ ਸਕੇ ਅਤੇ ਦੂਸਰਿਆਂ ਦੀ ਵੀ ਹੈਲਪ ਕਰ ਸਕੇ। ਤਾਂ ਜਿਸ ਤਰੀਕੇ ਨਾਲ ਲੇਖਕ ਦੇ ਪਿਤਾ ਜੀ ਨੂੰ ਲਾਸਟ ਦੇ ਵਿੱਚ ਏਮ ਮਿਲਿਆ ਵੀ ਉਹ ਆਦਰਸ਼ ਨਾਗਰਿਕ ਬਣਨਗੇ, ਤਾਂ ਸਾਨੂੰ ਵੀ ਇੱਕ ਆਦਰਸ਼ ਨਾਗਰਿਕ ਅਤੇ ਆਦਰਸ਼ ਪਿਤਾ, ਆਦਰਸ਼ ਬੇਟਾ ਬਣਨਾ ਚਾਹੀਦਾ ਵਾ, ਤਾਂ ਜੋ ਅਸੀਂ ਕੀ ਆ ਇੱਕ ਸੁਸਾਇਟੀ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕਰ ਸਕੀਏ, ਅਤੇ ਆਉਣ ਵਾਲੀ ਜਨਰੇਸ਼ਨ ਦੇ ਲਈ ਵੀ ਵਧੀਆ ਢੰਗ ਦੇ ਨਾਲ ਪੇਸ਼ ਕਰ ਸਕੀਏ। ਇਹ ਸੀ ਸਟੋਰੀ। ਨਾਓ ਇਹ ਹੈਗਾ ਤੁਹਾਡੇ ਫੇਸ ਰਾਈਟਿੰਗ। ਫਸਟ ਹੈਗਾ ਸਟਨ। ਸਟਨ ਦਾ ਮਤਲਬ ਕੀ ਹੁੰਦਾ, ਸ਼ੋਰ, ਕਿਸੇ ਚੀਜ਼ ਦਾ ਪੂਰਾ ਜਿਹਦੇ ਬਾਰੇ ਤੁਸੀਂ ਡੈਮ ਸ਼ੋਰ ਹੋਵੋ। ਵੀ ਆਰ ਸਟਨ ਆਵਰ ਟੀਮ ਵਿਲ ਬੀ ਅ ਵਿਨ।
द मैच। मैनू की आ निश्चितता वा भी साडी टीम की आ ये मैच जरूर जितूगी। ग्रो अप, ग्रो इनटू एन अडल्ट, एक नौजवान बन जाना। हिज चिल्ड्रन हैज़ ऑल ग्रो अप, ਉਹਦੇ ਸਾਰੇ ਬੱਚੇ ਕੀ ਨੇ, ਵੱਡੇ ਹੋ ਚੁੱਕੇ ਨੇ। क्रॉल, टू मूव स्लोली ऑन वंस bellies or hand and knees, ਬੜੇ ਹੌਲੀ ਹੌਲੀ ਢੰਗ ਨਾਲ ਚੱਲਣਾ ਹੱਥਾਂ ਤੇ ਪੈਰਾਂ ਦੇ ਨਾਲ। ਦੀ ਬੇਬੀ ਵਾਸ ਜਸਟ ਲਰਨ ਟੂ crawl, ਵੀ ਜਿਹੜਾ ਬੱਚਾ ਵਾ ਉਹ ਸਿੱਖ ਰਿਹਾ ਕਿਸ ਤਰੀਕੇ ਨਾਲ ਤੁਰਨਾ ਜਾਂ ਰੁੜਨਾ ਵਾ। ਮਕੈਨਿਕ, ਆ ਪਰਸਨਸ ਹੂਜ਼ ਜੌਬ ਇਜ਼ ਟੂ ਦੀ ਰਿਪੇਅਰ ਮਸ਼ੀਨ, ਉਹ ਬੰਦਾ ਜਿਹੜਾ ਕੰਮ ਕੀ ਹੁੰਦਾ ਮਸ਼ੀਨ ਨੂੰ ਠੀਕ ਕਰਨਾ। ਹਿਜ਼ ਬ੍ਰਦਰ ਇਜ਼ ਅ ਗੁੱਡ ਕਾਰ ਮਕੈਨਿਕ, ਉਸ ਦਾ ਭਰਾ ਇੱਕ ਚੰਗਾ ਕਾਰ ਮਕੈਨਿਕ ਹੈ। ਵੇ ਆਊਟ, ਅ ਵੇ ਆਫ escaping ਅ ਪ੍ਰੋਬਲਮ, ਕੋਈ ਅਜਿਹਾ ਰਸਤਾ ਜਿਹਦੇ ਨਾਲ ਅਸੀਂ ਪ੍ਰੋਬਲਮ ਤੋਂ ਭੱਜ ਸਕੀਏ। ਦੇਅਰ ਵਾਜ਼ ਨੋ ਵੇ ਆਊਟ ਐਂਡ ਵੀ ਹੈਡ ਟੂ ਫੇਸ ਦੀ ਆ ਸਿਚੁਏਸ਼ਨ, ਕਹਿੰਦੇ ਕੋਈ ਅਜਿਹਾ ਰਾਹ ਨਹੀਂ ਜਿਹਨੂੰ ਤੁਸੀਂ ਛੱਡ ਕੇ ਇੱਥੋਂ ਭੱਜ ਸਕੋ, ਤੁਹਾਨੂੰ ਇਹ ਜਿਹੜੀ ਸਿਚੁਏਸ਼ਨ ਆ ਜਾਂ ਤੁਸੀਂ ਇਹ ਹਾਲਾਤ ਨੇ ਤੁਹਾਨੂੰ ਸਾਹਮਣਾ ਕਰਨਾ ਹੀ ਪਏਗਾ। ਐਟ ਆਲ, ਇਨ ਆ ਐਨੀ ਵੇ, ਜਾਂ ਟੂ ਐਨੀ ਡਿਗਰੀ, ਕਿਸੇ ਵੀ ਢੰਗ ਦੇ ਨਾਲ ਕਰਨਾ ਜਾਂ ਕਿਸੇ ਵੀ ਰਸਤੇ ਨਾਲ ਕਰਨਾ। ਆਈ ਡੂ ਨਾਟ ਲਾਈਕ ਦਿਸ ਹੈਬਿਟ ਟੂ ਟੈਲ ਲਾਈਜ਼ ਐਟ ਆਲ, ਕਹਿੰਦੇ ਮੈਨੂੰ ਇਹ ਆਦਤ ਤੁਹਾਡੀ ਪਸੰਦ ਨਹੀਂ ਵੀ ਹਰੇਕ ਦੇ ਨਾਲ ਝੂਠ ਬੋਲਣਾ। ਔਨ ਆਲ ਦੀਆਂ ਫੋਰਸ ਦੀਆਂ ਬੈਂਡ ਓਵਰ ਵਿਦ ਹੈਂਡਸ ਐਂਡ ਨੀਜ਼ ਔਨ ਟੂ ਦੀਆਂ ਗਰਾਊਂਡ, ਕੀ ਆਪਣੇ ਆਪ ਨੂੰ ਮੋੜ ਲੈਣਾ ਹੱਥਾਂ ਤੇ ਪੈਰਾਂ ਦੇ ਨਾਲ ਗਰਾਊਂਡ ਦੇ ਉੱਤੇ। ਵੀ ਵੈਂਟ ਟੂ ਦੀਆਂ crawling ਔਨ ਟੂ ਦੀਆਂ ਆਲ ਫੋਰਸ ਅਮੰਗਸ ਦੀਆਂ ਬ੍ਰਸ਼ਿਸ, ਕਹਿੰਦੇ ਵੀ ਉਹਨਾਂ ਨੇ ਰੁੜਨਾ ਸਟਾਰਟ ਕੀਤਾ ਆਪਣੇ ਚਾਰੋਂ ਤਰਫ ਦੇ ਵਿੱਚ ਫੋਲਡ ਕਰਕੇ। ਸਟ੍ਰੇਂਜਰ, ਐਨ ਅਨਨੋਨ ਪਰਸਨ, ਜਿਹਨੂੰ ਅਸੀਂ ਨਾ ਜਾਣਦੇ ਹੋਈਏ। ਇਟ ਇਜ਼ ਦੀ ਨੈਵਰ ਸੇਫ ਟੂ ਐਕਸੈਪਟ ਦੀ ਈਟੇਬਲ ਫਰੋਮ ਟੂ ਦੀ ਸਟ੍ਰੇਂਜਰ, ਕਹਿੰਦੇ ਇਹ ਕਦੇ ਵੀ ਸੁਰੱਖਿਅਤ ਨਹੀਂ ਹੁੰਦਾ ਵੀ ਕੋਈ ਵੀ ਖਾਣ ਵਾਲੀ ਚੀਜ਼ ਅਣਜਾਣ ਵਿਅਕਤੀ ਤੋਂ ਲਈਏ। ਸਟ੍ਰੈਚ, ਸਕਰਬ ਦੀ ਸਕਿਨ ਵਿਦ ਦੀ ਨੇਲਸ, ਕਿਸੇ ਦੇ ਜਿਹੜੇ ਚਿਹਰੇ ਨੂੰ ਆਪਣੇ ਨਹੁਆਂ ਨਾਲ ਕੁਰੇਤਣਾ ਜਾਂ ਉਹਨੂੰ ਪੱਟਣਾ। ਵਾਈ ਆਰ ਯੂ ਆਰ ਸਟ੍ਰੈਚਿੰਗ ਯੂਅਰ ਹੈਂਡਸ, ਇਜ਼ ਦੇਅਰ ਐਨੀ ਪ੍ਰੋਬਲਮ, ਕੀ ਆ ਕਿਉਂ ਤੁਸੀਂ ਆਪਣੇ ਹੈੱਡ ਨੂੰ ਕੀ ਆ ਸਟ੍ਰੈਚ ਕਰ ਰਹੇ ਹੋ, ਖਾਜ ਕਿਉਂ ਕਰ ਰਹੇ ਹੋ, ਵੀ ਕਈ ਤੁਹਾਨੂੰ ਕੋਈ ਪ੍ਰੋਬਲਮ ਹੈ। ਫॉर ਅ ਵਾਈਲ, ਫॉर ਅ ਪੀਰੀਅਡ ਆਫ ਟਾਈਮ, ਥੋੜ੍ਹੇ ਜਿਹੇ ਸਮੇਂ ਦੇ ਲਈ। ਦੀਆਂ ਟੂ ਫਰੈਂਡਸ ਸੈਟ ਟੂਗੈਦਰ ਇਨ ਦੀਆਂ ਪਾਰਕ ਐਂਡ ਚੈਟਡ ਫॉर ਅ ਵਾਈਲ, ਕਹਿੰਦੇ ਵੀ ਦੋ ਫਰੈਂਡ ਚੰਗੇ ਮਿੱਤਰ ਇੱਕ ਦੂਸਰੇ ਦੇ ਕੋਲ ਪਾਰਕ ਦੇ ਵਿੱਚ ਬੈਠੇ ਤੇ ਉਹ ਕੁਝ ਸਮੇਂ ਦੇ ਲਈ ਗੱਲਾਂ ਕਰਨ ਲੱਗੇ। ਨੈਕਸਟ ਹੈ ਕੁਐਸਚਨ ਆਨਸਰ। ਫਸਟ ਕੁਐਸਚਨ ਇਜ਼ ਵਾਈ ਡਿਡ ਦੀ ਡੈਡੀ ਵਾਂਟ ਟੂ ਬੀ ਅ ਨਾਈਟ ਵਾਚਮੈਨ, ਕੀ ਕਾਰਨ ਸੀ ਵੀ ਜਿਹੜੇ ਪਿਤਾ ਜੀ ਨਾਈਟ ਵਾਚਮੈਨ ਬਣਨਾ ਚਾਹੁੰਦੇ ਸੀ। ਦੀ ਡੈਡੀ ਵਾਂਟ ਟੂ ਦੀ ਨਾਈਟ ਵਾਚਮੈਨ ਬਿਕੋਜ਼ ਅ ਨਾਈਟ ਵਾਚਮੈਨ ਕੁਡ ਵਾਕ ਅਬਾਊਟ ਐਂਡ ਮੇਕ ਨੋਇਸ ਐਟ ਨਾਈਟ, ਕਹਿੰਦੇ ਵੀ ਉਹ ਕੀ ਆ ਰਾਤ ਨੂੰ ਜਿਹੜਾ ਵਾ ਉਹ ਕਿਤੇ ਵੀ ਘੁੰਮ ਸਕਦਾ ਸੀਗਾ ਤੇ ਉਹ ਕੋਈ ਵੀ ਆਵਾਜ਼ਾਂ ਕੱਢ ਸਕਦਾ ਸੀ ਰਾਤ ਨੂੰ। ਵਾਈ ਡਿਡ ਹੀ ਵਾਂਟ ਟੂ ਬੀ ਐਨ ਆਈਸਕ੍ਰੀਮ ਮੈਨ, ਉਹ ਕਿਉਂ ਚਾਹੁੰਦੇ ਸੀ ਵੀ ਉਹ ਆਈਸਕ੍ਰੀਮ ਮੈਨ ਬਣ ਜਾਣ। ਹੀ ਵਾਂਟਡ ਟੂ ਬੀ ਐਨ ਆਈਸਕ੍ਰੀਮ ਮੈਨ ਬਿਕੋਜ਼ ਬ੍ਰਿੰਗਿੰਗ ਐਨ ਆਈਸਕ੍ਰੀਮ ਹੀ ਕੁਡ ਈਟ ਆਲ ਦੀ ਆਈਸਕ੍ਰੀਮ ਹੀ ਵਾਂਟਡ ਟੂ, ਕਹਿੰਦੇ ਉਹ ਤਾਂ ਬਣਨਾ ਚਾਹੁੰਦੇ ਸੀਗੇ ਕਿਉਂਕਿ ਜਿਹੜੀ ਵੀ ਆਈਸਕ੍ਰੀਮ ਉਹਨਾਂ ਨੂੰ ਪਸੰਦ ਸੀ ਤਾਂ ਉਹਨੂੰ ਖਾ ਸਕਦੇ ਸੀ ਈਜ਼ੀਲੀ। ਵਟ ਵਾਜ਼ ਇਟ ਦੈਟ ਹੀ ਸਾ ਇਨ ਐਨ ਆਟੋ ਵਰਕਸ਼ਾਪ, ਉਹਨਾਂ ਨੇ ਆਟੋ ਵਰਕਸ਼ਾਪ ਦੇ ਵਿੱਚ ਕੀ ਦੇਖਿਆ। ਇਨ ਆ ਆਟੋ ਵਰਕਸ਼ਾਪ ਹੀ ਸਾ ਏ ਪਰਸਨ ਵੇਅਰਿੰਗ ਆ ਬਲੂ ਯੂਨੀਫਾਰਮ ਪਲੇਇੰਗ ਵਿਦ ਕਾਰਸ, ਉਹਨਾਂ ਨੇ ਇੱਕ ਆਟੋ ਵਰਕਸ਼ਾਪ ਦੇ ਵਿੱਚ ਕੀ ਦੇਖਿਆ, ਇੱਕ ਬੰਦੇ ਨੇ ਬਲੂ ਕਲਰ ਦੀ ਯੂਨੀਫਾਰਮ ਪਾਈ ਹੋਈ ਸੀ ਤੇ ਉਹ ਕਾਰਾਂ ਨਾਲ ਖੇਡ ਰਿਹਾ ਸੀ। ਵਟ ਵਾਜ਼ ਇਟ ਦੈਟ ਦੀਆ ਡੈਡ ਲਾਈਕ ਅਬਾਊਟ ਦੀ ਕਾਰ ਮਕੈਨਿਕ, ਕਿਹੜੀ ਅਜਿਹੀ ਚੀਜ਼ ਸੀ ਜਿਹੜੇ ਕਿ ਪਿਤਾ ਜੀ ਨੂੰ ਕਾਰ ਮਕੈਨਿਕ ਦੇ ਲਈ ਬਹੁਤ ਵਧੀਆ ਲੱਗੀ। ਹੀ ਲਾਈਕ ਦੈਟ ਦੀ ਕਾਰ ਮਕੈਨਿਕ ਵੁੱਡ ਪਲੇ ਆਲ ਦਾ ਟਾਈਮ ਵਿਦ ਦੀ ਕਾਰਸ, ਉਹਨਾਂ ਨੂੰ ਇਹ ਚੀਜ਼ ਪਸੰਦ ਸੀ ਵੀ ਜਿਹੜਾ ਕਾਰ ਮਕੈਨਿਕ ਸੀਗਾ ਉਹ ਹਰੇਕ ਸਮੇਂ ਕਾਰਾਂ ਨਾਲ ਖੇਡਦਾ ਜਾ ਰਿਹਾ ਸੀ। ਹਾਊ ਡਿਡ ਦੀ ਡੈਡੀ ਸੇਜ਼ ਹੀ ਵੁੱਡ ਬੋਥ ਬੀ ਅ ਕਾਰ ਮਕੈਨਿਕ ਐਂਡ ਆ ਆਈਸਕ੍ਰੀਮ ਮੈਨ, ਕੀ ਕਾਰਨ ਸੀ ਵੀ ਜਿਹੜੇ ਪਿਤਾ ਜੀ ਨੇ ਕਿਹਾ ਵੀ ਭਾਈ ਮੈਂ ਕੀ ਆ ਨਾਲੇ ਕਾਰ ਮਕੈਨਿਕ ਵੀ ਬਣੂ ਨਾਲੇ ਆਈਸਕ੍ਰੀਮ ਮੈਨ ਵੀ ਬਣੂ। He told that he would be a sell the ice cream sometimes in the morning then he would go to the workshop, ਕਹਿੰਦੇ ਉਹਨਾਂ ਨੇ ਕਿਹਾ ਵੀ ਭਾਈ ਮੈਂ ਥੋੜ੍ਹੇ ਜਿਹੇ ਸਮੇਂ ਦੇ ਲਈ ਸਵੇਰ ਦੇ ਸਮੇਂ ਆਈਸਕ੍ਰੀਮ ਵੇਚਿਆ ਕਰੂੰ ਫਿਰ ਉਸ ਤੋਂ ਬਾਅਦ ਮੈਂ ਆਪਣੀ ਵਰਕਸ਼ਾਪ 'ਤੇ ਚਲਾ ਜਾਇਆ ਕਰੂੰ। ਆਫਟਰ ਡੂਇੰਗ ਸਮ ਵਰਕ ਦੇਅਰ ਹੀ ਵੁੱਡ ਬੀ ਅਗੇਨ ਗੋ ਟੂ ਦੀ ਸੈਲ ਟੂ ਦੀ ਆਈਸਕ੍ਰੀਮ, ਕਹਿੰਦੇ ਮੈਂ ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਮੈਂ ਫੇਰ ਦੁਬਾਰਾ ਆਈਸਕ੍ਰੀਮ ਵੇਚਣ ਚਲਾ ਜਾਇਆ ਕਰੂੰਗਾ। ਇਨ ਦੀ ਆਫਟਰਨੂਨ ਹੀ ਵੁੱਡ ਬੀ ਅਗੇਨ ਗੋ ਟੂ ਦੀ ਵਰਕਸ਼ਾਪ, ਅਤੇ ਦੁਪਹਿਰ ਤੋਂ ਬਾਅਦ ਫਿਰ ਉਹ ਫੇਰ ਵਰਕਸ਼ਾਪ ਦੇ ਵਿੱਚ ਚਲੇ ਜਾਣਗੇ। ਦੈਨ ਹੀ ਵੁੱਡ ਬੀ ਪਾਰਕ ਹਿਜ਼ ਕਾਰਟ ਆਊਟਸਾਈਡ ਦੀ ਵਰਕਸ਼ਾਪ, ਤੇ ਉਹ ਜਿਹੜੀ ਆਪਣੀ ਰੇਹੜੀ ਆ ਉਹਨੂੰ ਕੀ ਆ ਆਪਣੀ ਵਰਕਸ਼ਾਪ ਦੇ ਬਾਹਰ ਹੀ ਖੜੀ ਕਰ ਦੇਣਗੇ।
ਵਾਈ ਡਿਡ ਦੀ ਡੈਡ ਵਾਂਟ ਟੂ ਬੀ ਸਟ੍ਰੈਚ ਬਿਹਾਈਂਡ ਹਿਜ਼ ਈਅਰ ਵਿਦ ਹਿਜ਼ ਫੁੱਟ। ਕਹਿੰਦੇ ਕਿਉਂ ਪਿਤਾ ਜੀ ਨੂੰ ਇਹ ਕਰਨਾ ਚਾਹੁੰਦੇ ਸੀ ਵੀ ਉਹ ਆਪਣੇ ਕੰਨਾਂ ਦੇ ਪਿੱਛੇ ਪੈਰਾਂ ਦੇ ਨਾਲ ਖਾਜ ਕਰਨਾ ਕਿਉਂ ਚਾਹੁੰਦੇ ਸੀ। ਦੀ ਫਾਦਰ ਵਾਂਟਡ ਟੂ ਸਟ੍ਰੈਚ ਬਿਹਾਈਂਡ ਹਿਜ਼ ਈਅਰ ਵਿਦ ਹਿਜ਼ ਫੁੱਟ ਬਿਕੋਜ਼ ਆਲ ਦੀ ਡੌਗ ਡੂ ਦੈਟ। ਕਹਿੰਦੇ ਉਹ ਇਸ ਤਰੀਕੇ ਨਾਲ ਕਰਨਾ ਤਾਂ ਚਾਹੁੰਦੇ ਸੀ ਕਿਉਂਕਿ ਉਹ ਸਾਰੇ ਕੁੱਤੇ ਇਸ ਤਰੀਕੇ ਨਾਲ ਹੀ ਕਰਦੇ ਨੇ। ਵਟ ਵਾਜ਼ ਇਟ ਦੈਟ ਮੇਡ ਦੀ ਫਾਦਰ ਫੀਲ ਸ਼ੇਮਡ ਔਨ ਹਿਮਸੈਲਫ। ਕੀ ਅਜਿਹਾ ਕਾਰਨ ਸੀ ਜਿਹਦੇ ਕਰਕੇ ਪਿਤਾ ਜੀ ਨੂੰ ਆਪਣੇ ਆਪ ਦੇ ਉੱਤੇ ਸ਼ਰਮਿੰਦਗੀ ਮਹਿਸੂਸ ਹੋਈ। ਦੀ ਸੇਜ ਟੋਲਡ ਹਿਮ ਦੈਟ ਬਿਫੋਰ being a dog he should be a man first it made the father shamed of himself। ਕਹਿੰਦੇ ਵੀ ਇੱਕ ਜਿਹੜਾ ਸਾਧੂ ਸੰਤ ਜਾਂ ਇੱਕ ਪਰਸਨ ਨੇ ਉਹਨਾਂ ਨੂੰ ਕੀ ਦੱਸਿਆ ਵੀ ਤੁਸੀਂ ਇੱਕ ਕੁੱਤਾ ਬਣਨ ਤੋਂ ਪਹਿਲਾਂ ਤੁਹਾਨੂੰ ਇੱਕ ਬੰਦਾ ਬਣਨਾ ਚਾਹੀਦਾ ਵਾ, ਤਾਂ ਕਰਕੇ ਜਿਹੜੇ ਪਿਤਾ ਜੀ ਸੀ ਉਹਨਾਂ ਨੂੰ ਸ਼ਰਮ ਮਹਿਸੂਸ ਹੋਈ ਆਪਣੇ ਆਪ ਦੇ ਉੱਤੇ। ਵੈਨ ਡਿਡ ਦੀ ਡੈਡ ਸਟਾਪ ਥਿੰਕਿੰਗ ਵਟ ਹੀ ਵਾਂਟਡ ਟੂ ਬੀ। ਕਹਿੰਦੇ ਹੁਣ ਪਿਤਾ ਜੀ ਨੇ ਸੋਚਣਾ ਕਿਉਂ ਬੰਦ ਕਰ ਦਿੱਤਾ ਤੇ ਉਹ ਹੁਣ ਕੀ ਬਣਨਾ ਚਾਹੁੰਦੇ ਸੀ। ਵੈਨ ਹੀ ਰਿਅਲਾਈਜ਼ ਦੈਟ ਹੀ ਵਾਜ਼ ਜਸਟ ਟੂ ਸਮਾਲ ਟੂ ਨੋ ਵਟ ਹੀ ਵਾਂਟਡ ਟੂ ਬੀ ਦੀ ਫਾਦਰ ਸਟਾਪ ਥਿੰਕਿੰਗ ਵਟ ਹੀ ਵਾਂਟਡ ਟੂ ਬੀ। ਕਹਿੰਦੇ ਪਿਤਾ ਜੀ ਨੂੰ ਜਦੋਂ ਇਹ ਰਿਅਲਾਈਜ਼ ਹੋਇਆ ਕਿ ਉਹ ਕੀ ਆ, ਹੁਣ ਉਹ ਕਾਫੀ ਛੋਟੇ ਨੇ ਤੇ ਹਲੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਕੀ ਬਣਨਾ ਚਾਹੁੰਦੇ ਆ, ਤਾਂ ਕਰਕੇ ਉਹਨਾਂ ਨੇ ਇਹ ਚੀਜ਼ ਸੋਚਣਾ ਬੰਦ ਕਰ ਦਿੱਤਾ ਵੀ ਉਹ ਕੀ ਬਣਨਗੇ। ਵਟ ਡਸ ਦੀ ਫਾਦਰ ਥਿੰਕ ਨਾਓ ਟੂ ਬੀ ਮੋਸਟ ਇੰਪੋਰਟੈਂਟ ਥਿੰਗ। ਹੁਣ ਪਿਤਾ ਜੀ ਦੇ ਅਕੋਰਡਿੰਗ ਹੁਣ ਕਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਸੀ। ਹੀ ਥਿੰਕਸ ਦੈਟ ਟੂ ਬੀ ਹਿਊਮਨ ਬੀਇੰਗਸ ਇਜ਼ ਦਾ ਮੋਸਟ ਇੰਪੋਰਟੈਂਟ ਥਿੰਗ। ਉਹਨਾਂ ਦੇ ਅਕੋਰਡਿੰਗ ਹੁਣ ਉਹ ਸੋਚਦੇ ਸੀ ਵੀ ਜਿਹੜਾ ਇੱਕ ਮਨੁੱਖਤਾ ਵਾ ਜਾਂ ਇੱਕ ਮਨੁੱਖ ਆ ਉਹ ਕੀ ਆ, ਇੱਕ ਇੰਪੋਰਟੈਂਟ ਚੀਜ਼ ਆ ਸਾਰਿਆਂ ਦੇ ਲਈ। ਤਾਂ ਇਹ ਸੀਗੇ ਕੁਐਸਚਨ ਆਨਸਰ ਜਿਹੜੇ ਕਿ ਤੁਸੀਂ ਕਾਪੀ ਦੇ ਉੱਤੇ ਨੋਟ ਡਾਊਨ ਕਰਨੇ ਆ। ਇਸ ਤੋਂ ਬਾਅਦ ਇਹ ਜਿਹੜੇ ਨੇ ਇਹ ਤੁਹਾਨੂੰ ਜਿਹੜੇ ਬੁੱਕਸ ਦੇ ਵਿੱਚ ਜਿਹੜਾ ਤੁਹਾਨੂੰ ਇਹ ਕੁਐਸਚਨ ਮਿਲੇ ਹੋਏ ਹਨ, ਤੁਸੀਂ ਇਹਨਾਂ ਨੂੰ ਤੁਸੀਂ ਆਪਣੇ ਬੁੱਕਸ ਦੇ ਉੱਤੇ ਨੋਟ ਡਾਊਨ ਕਰਨੇ ਆ। ਜਦੋਂ ਤੁਹਾਨੂੰ ਬੁੱਕਸ ਮਿਲ ਗਈਆਂ, ਜਿਨ੍ਹਾਂ ਕੋਲ ਬੁੱਕਸ ਹੈਗੀਆਂ ਉਹ ਹਲੇ ਵੀ ਬੁੱਕਸ ਦੇ ਉੱਤੇ ਨੋਟ ਕਰ ਸਕਦੇ ਆ, ਜਿਨ੍ਹਾਂ ਨਹੀਂ ਮਿਲੀਆਂ ਹੈਗੀਆਂ ਤਾਂ ਉਹ ਇਹਨੂੰ ਐਜ਼ ਇਟ ਇਜ਼ ਹੀ ਰੱਖ ਸਕਦੇ ਆ। ਅਤੇ ਵੀਡੀਓ ਦੇ ਲਾਸਟ ਦੇ ਵਿੱਚ ਜਾ ਕੇ ਤੁਸੀਂ ਇਹ ਸਾਰਾ ਬੁੱਕ ਵਰਕ ਤੁਸੀਂ ਆਪਣੇ ਬੁੱਕ ਦੇ ਉੱਤੇ ਟੈਲੀ ਕਰ ਸਕਦੇ ਹੋ ਆਫਟਰ ਜਿਹੜਾ ਲੋਕਡਾਊਨ ਓਪਨ ਹੋ ਜਾਏਗਾ। ਇਹ ਸੀਗਾ ਚੈਪਟਰ ਹਾਊ ਟੂ ਫਾਦਰ ਡਿਸਾਈਡ ਟੂ ਬੀ ਵਾਂਟ ਟੂ ਬੀ। ਤਾਂ ਇਹ ਚੈਪਟਰ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਵੇਗਾ, ਕਿਉਂਕਿ ਇਹ ਸਾਰੀਆਂ ਜਿਹੜੀਆਂ ਮੁਸ਼ਕਿਲਾਵਾਂ ਨੇ ਇਹ ਸਾਨੂੰ ਵੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਫੇਸ ਆਊਟ ਕਰਨੀਆਂ ਪੈਂਦੀਆਂ ਨੇ, ਪਰ ਫਿਰ ਵੀ ਸਾਨੂੰ ਆਪਣਾ ਦਿਲ ਨਹੀਂ ਹਾਰਨਾ ਚਾਹੀਦਾ ਅਤੇ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਅਤੇ ਲੋਕਾਂ ਦੇ ਭਲੇ ਦੇ ਵਾਸਤੇ ਵੀ ਸੋਚਣਾ ਚਾਹੀਦਾ ਵਾ। ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਜਿਹੜਾ ਵੀ ਬੱਚਾ ਪਹਿਲੀ ਵਾਰ ਮੇਰੇ YouTube ਚੈਨਲ ਦੇ ਉੱਤੇ ਆਇਆ ਹੈ, ਜੇਕਰ ਮੇਰੇ ਚੈਨਲ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਮੇਰੇ ਚੈਨਲ ਦੀਆਂ ਵੀਡੀਓਜ਼ ਨੂੰ ਕੀ ਆ ਲਾਈਕ ਕਰੋ, ਸ਼ੇਅਰ ਕਰੋ ਅਤੇ ਉਹ ਤੋਂ ਨੌਲੇਜ ਲੈਣ ਦੀ ਕੋਸ਼ਿਸ਼ ਕਰੋ। ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਜੇਕਰ ਤੁਹਾਨੂੰ ਹੋਰ ਵੀ ਵੀਡੀਓਜ਼ 8th ਕਲਾਸ ਦੇ ਰਿਲੇਟਡ ਦੇਖਣੀਆਂ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਇਸ ਦੇ ਵਿੱਚ ਆਪਣੇ ਇੱਕ ਫੋਲਡਰ ਬਣਾਇਆ ਹੋਇਆ ਨਾ, ਤੁਸੀਂ ਉਹ ਫੋਲਡਰ ਦੇ ਵਿੱਚ ਜਾ ਕੇ 8th ਕਲਾਸ ਦੀਆਂ ਸਾਰੀਆਂ ਵੀਡੀਓਜ਼ ਚੈੱਕ ਕਰ ਸਕਦੇ ਹੋ। ਥੈਂਕਸ ਅ ਲੋਟ ਵਾਚਿੰਗ ਮਾਈ ਵੀਡੀਓ।